ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਧੀਰਮਲ ਦਾ ਕਪਟ ਅਤੇ ਨੀਚਤਾ। ਪਿਆਰੀ ਸਾਧ ਸੰਗਤ ਜੀਓ, ਔਰੰਗਜ਼ੇਬ ਆਪਣੇ ਦੋ ਭਰਾਵਾਂ ਨੂੰ ਮਾਰ ਕੇ ਤੇ ਪਿਤਾ ਸ਼ਾਹਜਹਾਨ ਨੂੰ ਆਗਰੇ ਕੈਦ ਕਰਕੇ ਦਿੱਲੀ ਦੇ ਤਖਤ ਉੱਤੇ ਕਾਬਜ਼ ਹੋ ਗਿਆ ਅਤੇ ਉਹ ਬੜਾ ਕੱਟੜ ਬਾਦਸ਼ਾਹ ਸੀ। ਗੁਰੂ ਹਰਿਰਾਏ ਸਾਹਿਬ ਜੀ ਦਾ ਵੱਡਾ ਭਰਾ ਧੀਰਮਲ ਬੜਾ ਲਾਲਚੀ ਅਤੇ ਈਰਖਾਲੂ ਬਿਰਤੀ ਵਾਲਾ ਸੀ। ਉਹ ਸ਼ੁਰੂ ਤੋਂ ਹੀ ਗੁਰਤਾ ਗੱਦੀ ਪ੍ਰਾਪਤੀ ਦਾ ਚਾਹਵਾਨ ਸੀ ਅਤੇ ਇਸ ਲਈ ਬਹੁਤ ਯਤਨ ਕਰ ਰਿਹਾ ਸੀ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਗੁਰਤਾ ਗੱਦੀ ਕੇਵਲ ਉਸ ਨੂੰ ਹੀ ਪ੍ਰਾਪਤ ਹੋ ਸਕਦੀ ਹੈ ਜੋ ਇਸ ਲਈ ਪੂਰਨ ਤੌਰ ਉੱਤੇ ਯੋਗ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਤੋਂ ਪਰਿਵਾਰ ਸਮੇਤ ਬਸਾਈ ਨਗਰ ਕੀਰਤਪੁਰ ਸਾਹਿਬ ਵਿਖੇ ਚਲੇ ਗਏ ਤਾਂ ਧੀਰਮਲ ਕਰਤਾਰਪੁਰ ਸਾਹਿਬ ਵਿਖੇ ਹੀ ਰਿਹਾ ਅਤੇ ਇਸਨੇ ਗੁਰੂ ਅਰਜਨ ਦੇਵ ਜੀ ਵੱਲੋਂ ਸੰਪਾਦਿਤ ਕਾਰਵਾਈ ਉੱਤੇ ਗੁਰਦਾਸ ਜੀ ਵੱਲੋਂ ਲਿਖੀ ਗਈ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਆਪਣੇ ਕਬਜ਼ੇ ਦੇ ਵਿੱਚ ਕਰ ਲਈ ਅਤੇ ਉਸ ਨੂੰ ਆਪਣਾ ਨਿੱਜੀ ਵਿਰਾਸਤ ਸਮਝਣ ਲੱਗਾ। ਜਦੋਂ ਇਸ ਦੇ ਪਿਤਾ ਬਾਬਾ ਗੁਰਦਿੱਤਾ ਜੀ ਕੀਰਤਪੁਰ ਵਿਖੇ ਅਕਾਲ ਚਲਾਣਾ ਕਰ ਗਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨੂੰ ਕੀਰਤਪੁਰ ਵਿਖੇ ਪਿਤਾ ਜੀ ਦੇ ਸੰਸਕਾਰ ਉੱਤੇ ਆਉਣ ਲਈ ਸੁਨੇਹਾ ਭੇਜਿਆ ਤੇ ਨਾਲ ਹੀ ਕਹਿ ਦਿੱਤਾ ਕਿ ਉਹ ਆਉਂਦਾ ਹੋਇਆ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਨਾਲ ਹੀ ਲੈ ਆਵੇ। ਪਰ ਧੀਰਮਲ ਬੀੜ ਸਾਹਿਬ ਨੂੰ ਖੋਣ ਦੇ ਡਰ ਤੋਂ ਪਿਤਾ ਜੀ ਦੇ ਸੰਸਕਾਰ ਉੱਤੇ ਹੀ ਨਾ ਗਿਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਇਸ ਦੇ ਛੋਟੇ ਭਰਾ ਸ਼੍ਰੀ ਹਰਿਰਾਏ ਸਾਹਿਬ ਜੀ ਨੂੰ ਬਖਸ਼ ਦਿੱਤੀ ਤਾਂ ਇਹ ਬੜਾ ਤਿਲ ਮਿਲਾਇਆ ਅਤੇ ਇਸਨੇ ਗੁਰਤਾ ਗੱਦੀ ਪ੍ਰਾਪਤ ਕਰਨ ਲਈ ਹਰ ਸੰਭਵ ਯਤਨ ਕੀਤੇ। ਇਸਨੇ ਕਰਤਾਰਪੁਰ ਵਿਖੇ ਆਪਣਾ ਅਲੱਗ ਤੋਂ ਗੁਰੂਡਮ ਚਲਾ ਲਿਆ ਅਤੇ ਆਪਣੇ ਪ੍ਰਚਾਰ ਪ੍ਰਸਾਰ ਲਈ ਮਸੰਦ ਵੀ ਨਿਯੁਕਤ ਕਰ ਲਏ। ਬਾਅਦ ਵਿੱਚ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਦੀ ਬਜਾਏ ਗੁਰਤਾ ਗੱਦੀ ਆਪਣੇ ਛੋਟੇ ਸਪੁੱਤਰ ਸ਼੍ਰੀ ਹਰਿਕ੍ਰਿਸ਼ਨ ਜੀ ਨੂੰ ਦੇ ਦਿੱਤੀ ਤਾਂ ਇਸਨੇ ਬਾਬਾ ਰਾਮ ਰਾਏ ਨਾਲ ਮਿਲ ਕੇ ਗੁਰੂ ਘਰ ਦੀ ਬੜੀ ਵਿਰੋਧਤਾ ਕੀਤੀ। ਦਿੱਲੀ ਵਿਖੇ ਗੁਰੂ ਹਰਿਕ੍ਰਿਸ਼ਨ ਜੀ ਨੇ ਜਦੋਂ ਬਾਬਾ ਬਕਾਲੇ ਕਹਿ ਕੇ ਗੁਰਤਾ ਗੱਦੀ ਆਪਣੇ ਬਾਬੇ ਸ਼੍ਰੀ ਤੇਗ ਬਹਾਦਰ ਜੀ ਨੂੰ ਸੌਂਪ ਦਿੱਤੀ ਤਾਂ ਜਿੰਨਾ ਚਿਰ ਗੁਰੂ ਤੇਗ ਬਹਾਦਰ ਜੀ ਪ੍ਰਗਟ ਨਹੀਂ ਹੋਏ ਉਹਨਾਂ ਚਿਰ ਬਕਾਲੇ ਵਿੱਚ 22 ਮੰਜੀਆਂ ਢਾਹ ਕੇ ਬੈਠਣ ਵਾਲੇ ਪਖੰਡੀਆਂ ਵਿੱਚੋਂ ਧੀਰਮਲ ਸਭ ਤੋਂ ਮੋਹਰੀ ਸੀ। ਪਰ ਜਦੋਂ ਭਾਈ ਮੱਖਣ ਸ਼ਾਹ ਜੀ ਵੱਲੋਂ ਗੁਰੂ ਤੇਗ ਬਹਾਦਰ ਜੀ ਨੂੰ ਲੱਭ ਲਿਆ ਗਿਆ ਤਾਂ ਇਸੇ ਧੀਰਮਲ ਨੇ ਆਪਣੇ ਮਹੰਤ ਸੀਹੇ ਤੋਂ ਗੁਰੂ ਤੇਗ ਬਹਾਦਰ ਜੀ ਉੱਪਰ ਗੋਲੀ ਚਲਵਾਈ ਸੀ। ਜੋ ਇਸ ਤਰ੍ਹਾਂ ਧੀਰਮਲ ਨੇ ਸਾਰੀ ਉਮਰ ਗੁਰੂ ਘਰ ਦੀ ਵਿਰੋਧਤਾ ਕਰਦਿਆਂ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਦੇ ਪਰਪੰਚ ਅਤੇ ਪਾਖੰਡ ਵਿੱਚ ਹੀ ਲੰਘਾ ਦਿੱਤੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗੁਰਤਾ ਗੱਦੀ ਇਸ ਦੇ ਛੋਟੇ ਭਰਾ ਸ਼੍ਰੀ ਹਰਿਰਾਏ ਜੀ ਨੂੰ ਦਿੱਤੀ ਗਈ ਤਾਂ ਇਸਨੇ ਬੜਾ ਵਿਰੋਧ ਕੀਤਾ। ਜਿਵੇਂ ਹੀ ਔਰੰਗਜ਼ੇਬ ਦਿੱਲੀ ਦੇ ਤਖਤ ਉੱਤੇ ਕਾਬਜ਼ ਹੋਇਆ ਤਾਂ ਧੀਰਮਲ ਜਾਣਦਾ ਸੀ ਕਿ ਔਰੰਗਜ਼ੇਬ ਬੜਾ ਕੱਟੜ ਬਾਦਸ਼ਾਹ ਹੈ, ਇਸ ਲਈ ਉਹ ਇਸ ਦੀ ਸਹਾਇਤਾ ਜ਼ਰੂਰ ਕਰੇਗਾ। ਸੋ ਸਮੇਂ ਦਾ ਫਾਇਦਾ ਉਠਾਉਂਦੇ ਹੋਏ ਇਸਨੇ ਔਰੰਗਜ਼ੇਬ ਕੋਲ ਸ਼ਿਕਾਇਤ ਕੀਤੀ ਕਿ ਵੱਡਾ ਪੁੱਤਰ ਹੋਣ ਦੇ ਨਾਤੇ ਮੇਰਾ ਗੁਰਿਆਈ ਦਾ ਹੱਕ ਮਾਰਿਆ ਗਿਆ ਹੈ ਤੇ ਮੈਨੂੰ ਗੁਰਗੱਦੀ ਦਿਵਾਈ ਜਾਏ। ਪਰ ਔਰੰਗਜ਼ੇਬ ਨੇ ਉਸ ਦੀ ਸ਼ਿਕਾਇਤ ਵੱਲ ਕੋਈ ਧਿਆਨ ਨਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਧੀਰਮਲ ਦਾ ਕਪਟ ਅਤੇ ਨੀਚਤਾ। ਪਿਆਰੀ ਸਾਧ ਸੰਗਤ ਜੀਓ, ਔਰੰਗਜ਼ੇਬ ਆਪਣੇ ਦੋ ਭਰਾਵਾਂ ਨੂੰ ਮਾਰ ਕੇ ਤੇ ਪਿਤਾ ਸ਼ਾਹਜਹਾਨ ਨੂੰ ਆਗਰੇ ਕੈਦ ਕਰਕੇ ਦਿੱਲੀ ਦੇ ਤਖਤ ਉੱਤੇ ਕਾਬਜ਼ ਹੋ ਗਿਆ ਅਤੇ ਉਹ ਬੜਾ ਕੱਟੜ ਬਾਦਸ਼ਾਹ ਸੀ। ਗੁਰੂ ਹਰਿਰਾਏ ਸਾਹਿਬ ਜੀ ਦਾ ਵੱਡਾ ਭਰਾ ਧੀਰਮਲ ਬੜਾ ਲਾਲਚੀ ਅਤੇ ਈਰਖਾਲੂ ਬਿਰਤੀ ਵਾਲਾ ਸੀ। ਉਹ ਸ਼ੁਰੂ ਤੋਂ ਹੀ ਗੁਰਤਾ ਗੱਦੀ ਪ੍ਰਾਪਤੀ ਦਾ ਚਾਹਵਾਨ ਸੀ ਅਤੇ ਇਸ ਲਈ ਬਹੁਤ ਯਤਨ ਕਰ ਰਿਹਾ ਸੀ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਗੁਰਤਾ ਗੱਦੀ ਕੇਵਲ ਉਸ ਨੂੰ ਹੀ ਪ੍ਰਾਪਤ ਹੋ ਸਕਦੀ ਹੈ ਜੋ ਇਸ ਲਈ ਪੂਰਨ ਤੌਰ ਉੱਤੇ ਯੋਗ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਤੋਂ ਪਰਿਵਾਰ ਸਮੇਤ ਬਸਾਈ ਨਗਰ ਕੀਰਤਪੁਰ ਸਾਹਿਬ ਵਿਖੇ ਚਲੇ ਗਏ ਤਾਂ ਧੀਰਮਲ ਕਰਤਾਰਪੁਰ ਸਾਹਿਬ ਵਿਖੇ ਹੀ ਰਿਹਾ ਅਤੇ ਇਸਨੇ ਗੁਰੂ ਅਰਜਨ ਦੇਵ ਜੀ ਵੱਲੋਂ ਸੰਪਾਦਿਤ ਕਾਰਵਾਈ ਉੱਤੇ ਗੁਰਦਾਸ ਜੀ ਵੱਲੋਂ ਲਿਖੀ ਗਈ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਆਪਣੇ ਕਬਜ਼ੇ ਦੇ ਵਿੱਚ ਕਰ ਲਈ ਅਤੇ ਉਸ ਨੂੰ ਆਪਣਾ ਨਿੱਜੀ ਵਿਰਾਸਤ ਸਮਝਣ ਲੱਗਾ। ਜਦੋਂ ਇਸ ਦੇ ਪਿਤਾ ਬਾਬਾ ਗੁਰਦਿੱਤਾ ਜੀ ਕੀਰਤਪੁਰ ਵਿਖੇ ਅਕਾਲ ਚਲਾਣਾ ਕਰ ਗਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨੂੰ ਕੀਰਤਪੁਰ ਵਿਖੇ ਪਿਤਾ ਜੀ ਦੇ ਸੰਸਕਾਰ ਉੱਤੇ ਆਉਣ ਲਈ ਸੁਨੇਹਾ ਭੇਜਿਆ ਤੇ ਨਾਲ ਹੀ ਕਹਿ ਦਿੱਤਾ ਕਿ ਉਹ ਆਉਂਦਾ ਹੋਇਆ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਨਾਲ ਹੀ ਲੈ ਆਵੇ। ਪਰ ਧੀਰਮਲ ਬੀੜ ਸਾਹਿਬ ਨੂੰ ਖੋਣ ਦੇ ਡਰ ਤੋਂ ਪਿਤਾ ਜੀ ਦੇ ਸੰਸਕਾਰ ਉੱਤੇ ਹੀ ਨਾ ਗਿਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਇਸ ਦੇ ਛੋਟੇ ਭਰਾ ਸ਼੍ਰੀ ਹਰਿਰਾਏ ਸਾਹਿਬ ਜੀ ਨੂੰ ਬਖਸ਼ ਦਿੱਤੀ ਤਾਂ ਇਹ ਬੜਾ ਤਿਲ ਮਿਲਾਇਆ ਅਤੇ ਇਸਨੇ ਗੁਰਤਾ ਗੱਦੀ ਪ੍ਰਾਪਤ ਕਰਨ ਲਈ ਹਰ ਸੰਭਵ ਯਤਨ ਕੀਤੇ। ਇਸਨੇ ਕਰਤਾਰਪੁਰ ਵਿਖੇ ਆਪਣਾ ਅਲੱਗ ਤੋਂ ਗੁਰੂਡਮ ਚਲਾ ਲਿਆ ਅਤੇ ਆਪਣੇ ਪ੍ਰਚਾਰ ਪ੍ਰਸਾਰ ਲਈ ਮਸੰਦ ਵੀ ਨਿਯੁਕਤ ਕਰ ਲਏ। ਬਾਅਦ ਵਿੱਚ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਵੱਡੇ ਸਪੁੱਤਰ
ਬਾਬਾ ਰਾਮ ਰਾਏ ਜੀ ਦੀ ਬਜਾਏ ਗੁਰਤਾ ਗੱਦੀ ਆਪਣੇ ਛੋਟੇ ਸੁਪੁੱਤਰ ਸ਼੍ਰੀ ਹਰਕ੍ਰਿਸ਼ਨ ਜੀ ਨੂੰ ਦੇ ਦਿੱਤੀ ਤਾਂ ਇਸ ਨੇ ਬਾਬਾ ਰਾਮ ਰਾਏ ਨਾਲ ਮਿਲ ਕੇ ਗੁਰੂ ਘਰ ਦੀ ਬੜੀ ਵਿਰੋਧਤਾ ਕੀਤੀ। ਦਿੱਲੀ ਵਿਖੇ ਗੁਰੂ ਹਰਕ੍ਰਿਸ਼ਨ ਜੀ ਨੇ ਜਦੋਂ ਬਾਬਾ ਬਕਾਲੇ ਕਹਿ ਕੇ ਗੁਰਤਾ ਗੱਦੀ ਆਪਣੇ ਬਾਬੇ ਸ਼੍ਰੀ ਤੇਗ ਬਹਾਦਰ ਜੀ ਨੂੰ ਸੌਂਪ ਦਿੱਤੀ ਤਾਂ ਜਿੰਨਾ ਚਿਰ ਗੁਰੂ ਤੇਗ ਬਹਾਦਰ ਜੀ ਪ੍ਰਗਟ ਨਹੀਂ ਹੋਏ ਉਹ ਚਿਰ ਬਕਾਲੇ ਵਿੱਚ 22 ਮੰਜੀਆਂ ਢਾਹ ਕੇ ਬੈਠਣ ਵਾਲੇ ਪਖੰਡੀਆਂ ਵਿੱਚੋਂ ਧੀਰਮਲ ਸਭ ਤੋਂ ਮੋਹਰੀ ਸੀ। ਪਰ ਜਦੋਂ ਭਾਈ ਮੱਖਣ ਸ਼ਾਹ ਜੀ ਵੱਲੋਂ ਗੁਰੂ ਤੇਗ ਬਹਾਦਰ ਜੀ ਨੂੰ ਲੱਭ ਲਿਆ ਗਿਆ ਤਾਂ ਇਸੇ ਧੀਰਮਲ ਨੇ ਆਪਣੇ ਮਹੰਤ ਸੀਹੇ ਤੋਂ ਗੁਰੂ ਤੇਗ ਬਹਾਦਰ ਜੀ ਉੱਪਰ ਗੋਲੀ ਚਲਵਾਈ ਸੀ। ਜੋ ਇਸ ਤਰ੍ਹਾਂ ਧੀਰਮਲ ਨੇ ਸਾਰੀ ਉਮਰ ਗੁਰੂ ਘਰ ਦੀ ਵਿਰੋਧਤਾ ਕਰਦਿਆਂ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਦੇ ਪਰਪੰਚ ਅਤੇ ਪਾਖੰਡ ਵਿੱਚ ਹੀ ਲੰਘਾ ਦਿੱਤੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗੁਰਤਾ ਗੱਦੀ ਇਸ ਦੇ ਛੋਟੇ ਭਰਾ ਸ਼੍ਰੀ ਹਰਾਏ ਜੀ ਨੂੰ ਦਿੱਤੀ ਗਈ ਤਾਂ ਇਸ ਨੇ ਬੜਾ ਵਿਰੋਧ ਕੀਤਾ। ਜਿਵੇਂ ਹੀ ਔਰੰਗਜ਼ੇਬ ਦਿੱਲੀ ਦੇ ਤਖਤ ਉੱਤੇ ਕਾਬਜ ਹੋਇਆ ਤਾਂ ਧੀਰਮਲ ਜਾਣਦਾ ਸੀ ਕਿ ਔਰੰਗਜ਼ੇਬ ਬੜਾ ਕੱਟੜ ਬਾਦਸ਼ਾਹ ਹੈ, ਇਸ ਲਈ ਉਹ ਇਸ ਦੀ ਸਹਾਇਤਾ ਜ਼ਰੂਰ ਕਰੇਗਾ। ਸੋ ਸਮੇਂ ਦਾ ਫਾਇਦਾ ਉਠਾਉਂਦੇ ਹੋਏ ਇਸ ਨੇ ਔਰੰਗਜ਼ੇਬ ਕੋਲ ਸ਼ਿਕਾਇਤ ਕੀਤੀ ਕਿ ਵੱਡਾ ਪੁੱਤਰ ਹੋਣ ਦੇ ਨਾਤੇ ਮੇਰਾ ਗੁਰਿਆਈ ਦਾ ਹੱਕ ਮਾਰਿਆ ਗਿਆ ਹੈ ਤੇ ਮੈਨੂੰ ਗੁਰਗੱਦੀ ਦਿਵਾਈ ਜਾਏ। ਪਰ ਔਰੰਗਜ਼ੇਬ ਨੇ ਉਸ ਦੀ ਸ਼ਿਕਾਇਤ ਵੱਲ ਕੋਈ ਧਿਆਨ ਨਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਧੀਰਮਲ ਦਾ ਕਪਟ ਅਤੇ ਨੀਚਤਾ। ਪਿਆਰੀ ਸਾਧ ਸੰਗਤ ਜੀਓ, ਔਰੰਗਜ਼ੇਬ ਆਪਣੇ ਦੋ ਭਰਾਵਾਂ ਨੂੰ ਮਾਰ ਕੇ ਤੇ ਪਿਤਾ ਸ਼ਾਹਜਹਾਨ ਨੂੰ ਆਗਰੇ ਕੈਦ ਕਰਕੇ ਦਿੱਲੀ ਦੇ ਤਖਤ ਉੱਤੇ ਕਾਬਜ ਹੋ ਗਿਆ ਅਤੇ ਉਹ ਬੜਾ ਕੱਟੜ ਬਾਦਸ਼ਾਹ ਸੀ। ਗੁਰੂ ਹਰਿਰਾਏ ਸਾਹਿਬ ਜੀ ਦਾ ਵੱਡਾ ਭਰਾ ਧੀਰਮਲ ਬੜਾ ਲਾਲਚੀ ਅਤੇ ਈਰਖਾਲੂ ਬਿਰਤੀ ਵਾਲਾ ਸੀ। ਉਹ ਸ਼ੁਰੂ ਤੋਂ ਹੀ ਗੁਰਤਾ ਗੱਦੀ ਪ੍ਰਾਪਤੀ ਦਾ ਚਾਹਵਾਨ ਸੀ ਅਤੇ ਇਸ ਲਈ ਬਹੁਤ ਯਤਨ ਕਰ ਰਿਹਾ ਸੀ। ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਗੁਰਤਾ ਗੱਦੀ ਕੇਵਲ ਉਸ ਨੂੰ ਹੀ ਪ੍ਰਾਪਤ ਹੋ ਸਕਦੀ ਹੈ ਜੋ ਇਸ ਲਈ ਪੂਰਨ ਤੌਰ ਉੱਤੇ ਯੋਗ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਤੋਂ ਪਰਿਵਾਰ ਸਮੇਤ ਬਸਾਈ ਨਗਰ ਕੀਰਤਪੁਰ ਸਾਹਿਬ ਵਿਖੇ ਚਲੇ ਗਏ ਤਾਂ ਧੀਰਮਲ ਕਰਤਾਰਪੁਰ ਸਾਹਿਬ ਵਿਖੇ ਹੀ ਰਿਹਾ ਅਤੇ ਇਸ ਨੇ ਗੁਰੂ ਅਰਜਨ ਦੇਵ ਜੀ ਵੱਲੋਂ ਸੰਪਾਦਿਤ ਕਾਰਵਾਈ ਉੱਤੇ ਗੁਰਦਾਸ ਜੀ ਵੱਲੋਂ ਲਿਖੀ ਗਈ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਆਪਣੇ ਕਬਜ਼ੇ ਦੇ ਵਿੱਚ ਕਰ ਲਈ ਅਤੇ ਉਸ ਨੂੰ ਆਪਣਾ ਨਿੱਜੀ ਵਿਰਾਸਤ ਸਮਝਣ ਲੱਗਾ। ਜਦੋਂ ਇਸ ਦੇ ਪਿਤਾ ਬਾਬਾ ਗੁਰਦਿੱਤਾ ਜੀ ਕੀਰਤਪੁਰ ਵਿਖੇ ਅਕਾਲ ਚਲਾਣਾ ਕਰ ਗਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨੂੰ ਕੀਰਤਪੁਰ ਵਿਖੇ ਪਿਤਾ ਜੀ ਦੇ ਸੰਸਕਾਰ ਉੱਤੇ ਆਉਣ ਲਈ ਸੁਨੇਹਾ ਭੇਜਿਆ ਤੇ ਨਾਲ ਹੀ ਕਹਿ ਦਿੱਤਾ ਕਿ ਉਹ ਆਉਂਦਾ ਹੋਇਆ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਨਾਲ ਹੀ ਲੈ ਆਵੇ। ਪਰ ਧੀਰਮਲ ਬੀੜ ਸਾਹਿਬ ਨੂੰ ਖੋਣ ਦੇ ਡਰ ਤੋਂ ਪਿਤਾ ਜੀ ਦੇ ਸੰਸਕਾਰ ਉੱਤੇ ਹੀ ਨਾ ਗਿਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਇਸ ਦੇ ਛੋਟੇ ਭਰਾ ਸ਼੍ਰੀ ਹਰਿਰਾਏ ਸਾਹਿਬ ਜੀ ਨੂੰ ਬਖਸ਼ ਦਿੱਤੀ ਤਾਂ ਇਹ ਬੜਾ ਤਿਲ ਮਿਲਾਇਆ ਅਤੇ ਇਸ ਨੇ ਗੁਰਤਾ ਗੱਦੀ ਪ੍ਰਾਪਤ ਕਰਨ ਲਈ ਹਰ ਸੰਭਵ ਯਤਨ ਕੀਤੇ। ਇਸ ਨੇ ਕਰਤਾਰਪੁਰ ਵਿਖੇ ਆਪਣਾ ਅਲੱਗ ਤੋਂ ਗੁਰੂ ਡੰਮ ਚਲਾ ਲਿਆ ਅਤੇ ਆਪਣੇ ਪ੍ਰਚਾਰ ਪ੍ਰਸਾਰ ਲਈ ਮਸੰਦ ਵੀ ਨਿਯੁਕਤ ਕਰ ਲਏ। ਬਾਅਦ ਵਿੱਚ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਜੀ ਦੀ ਬਜਾਏ ਗੁਰਤਾ ਗੱਦੀ ਆਪਣੇ ਛੋਟੇ ਸੁਪੁੱਤਰ ਸ਼੍ਰੀ ਹਰਕ੍ਰਿਸ਼ਨ ਜੀ ਨੂੰ ਦੇ ਦਿੱਤੀ ਤਾਂ ਇਸ ਨੇ ਬਾਬਾ ਰਾਮ ਰਾਏ ਨਾਲ ਮਿਲ ਕੇ ਗੁਰੂ ਘਰ ਦੀ ਬੜੀ ਵਿਰੋਧਤਾ ਕੀਤੀ। ਦਿੱਲੀ ਵਿਖੇ ਗੁਰੂ ਹਰਕ੍ਰਿਸ਼ਨ ਜੀ ਨੇ ਜਦੋਂ ਬਾਬਾ ਬਕਾਲੇ ਕਹਿ ਕੇ ਗੁਰਤਾ ਗੱਦੀ ਆਪਣੇ ਬਾਬੇ ਸ਼੍ਰੀ ਤੇਗ ਬਹਾਦਰ ਜੀ ਨੂੰ ਸੌਂਪ ਦਿੱਤੀ ਤਾਂ ਜਿੰਨਾ ਚਿਰ ਗੁਰੂ ਤੇਗ ਬਹਾਦਰ ਜੀ ਪ੍ਰਗਟ ਨਹੀਂ ਹੋਏ ਉਹ ਚਿਰ ਬਕਾਲੇ ਵਿੱਚ 22 ਮੰਜੀਆਂ ਢਾਹ ਕੇ ਬੈਠਣ ਵਾਲੇ ਪਖੰਡੀਆਂ ਵਿੱਚੋਂ ਧੀਰਮਲ ਸਭ ਤੋਂ ਮੋਹਰੀ ਸੀ। ਪਰ ਜਦੋਂ ਭਾਈ ਮੱਖਣ ਸ਼ਾਹ ਜੀ ਵੱਲੋਂ ਗੁਰੂ ਤੇਗ ਬਹਾਦਰ ਜੀ ਨੂੰ ਲੱਭ ਲਿਆ ਗਿਆ ਤਾਂ ਇਸੇ ਧੀਰਮਲ ਨੇ ਆਪਣੇ ਮਹੰਤ ਸੀਹੇ ਤੋਂ ਗੁਰੂ ਤੇਗ ਬਹਾਦਰ ਜੀ ਉੱਪਰ ਗੋਲੀ ਚਲਵਾਈ ਸੀ। ਜੋ ਇਸ ਤਰ੍ਹਾਂ ਧੀਰਮਲ ਨੇ ਸਾਰੀ ਉਮਰ ਗੁਰੂ ਘਰ ਦੀ ਵਿਰੋਧਤਾ ਕਰਦਿਆਂ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਦੇ ਪਰਪੰਚ ਅਤੇ ਪਾਖੰਡ ਵਿੱਚ ਹੀ ਲੰਘਾ ਦਿੱਤੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗੁਰਤਾ ਗੱਦੀ ਇਸ ਦੇ ਛੋਟੇ ਭਰਾ ਸ਼੍ਰੀ ਹਰਾਏ ਜੀ ਨੂੰ ਦਿੱਤੀ ਗਈ ਤਾਂ ਇਸ ਨੇ ਬੜਾ ਵਿਰੋਧ ਕੀਤਾ। ਜਿਵੇਂ ਹੀ ਔਰੰਗਜ਼ੇਬ ਦਿੱਲੀ ਦੇ ਤਖਤ ਉੱਤੇ ਕਾਬਜ ਹੋਇਆ ਤਾਂ ਧੀਰਮਲ ਜਾਣਦਾ ਸੀ ਕਿ ਔਰੰਗਜ਼ੇਬ ਬੜਾ ਕੱਟੜ ਬਾਦਸ਼ਾਹ ਹੈ, ਇਸ ਲਈ ਉਹ ਇਸ ਦੀ ਸਹਾਇਤਾ ਜ਼ਰੂਰ ਕਰੇਗਾ। ਸੋ ਸਮੇਂ ਦਾ ਫਾਇਦਾ ਉਠਾਉਂਦੇ ਹੋਏ ਇਸ ਨੇ ਔਰੰਗਜ਼ੇਬ ਕੋਲ ਸ਼ਿਕਾਇਤ ਕੀਤੀ ਕਿ ਵੱਡਾ ਪੁੱਤਰ ਹੋਣ ਦੇ ਨਾਤੇ ਮੇਰਾ ਗੁਰਿਆਈ ਦਾ ਹੱਕ ਮਾਰਿਆ ਗਿਆ ਹੈ ਤੇ ਮੈਨੂੰ ਗੁਰਗੱਦੀ ਦਿਵਾਈ ਜਾਏ। ਪਰ ਔਰੰਗਜ਼ੇਬ ਨੇ ਉਸ ਦੀ ਸ਼ਿਕਾਇਤ ਵੱਲ ਕੋਈ ਧਿਆਨ ਨਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।